ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਵਾਹ ਦਿਨ ਹੋ ਗਏ ਕੋਈ ਪ੍ਰੋਗਰਾਮ ਕਥਾ ਲਾਈਵ ਕੀਤੀ ਨਹੀਂ। ਅੱਜ ਵੀ ਆਪਾਂ ਗੁਰਮਤਿ ਵਿਚਾਰਾਂ 'ਚ ਥੋੜ੍ਹਾ ਸਮਾਂ ਕਰਨੀ ਆ ਕਿ ਨਿਤਨੇਮ ਦੇ ਬਾਰੇ ਆਪਾਂ ਥੋੜ੍ਹਾ ਜਿਹਾ ਅੱਜ ਵਿਚਾਰ ਕਰਨੀ ਆ ਕਿ ਜਿਹੜਾ ਅੱਜ ਅਸੀਂ ਨਿਤਨੇਮ ਕਰਦੇ ਹਾਂ, ਜਪਜੀ ਜਾਪ ਸਵਈਏ ਚੌਪਈ ਆਨੰਦ ਸਾਹਿਬ, ਇਹ ਕਦੋਂ ਤੋਂ ਲਾਗੂ ਹੋਇਆ ਹੈ? ਜਪਜੀ ਜਾਪ ਸਵਈਏ ਚੌਪਈ ਆਨੰਦ ਸਾਹਿਬ ਇਹ 1935 ਦੇ ਲਾਗੇ, 32 ਤੋਂ ਲੈ ਕੇ 35 ਤੱਕ ਇਹ ਕੰਮ ਚੱਲਿਆ। ਉਸ ਤੋਂ ਪਹਿਲਾਂ ਬੜੀ ਦੁਬਿਧਾ ਸੀ ਵੀ ਨਿਤਨੇਮ ਕਿਹੜਾ ਵਾ, ਅਰਦਾਸ ਕਿਹੜੀ ਆ, ਮਰੇ ਪ੍ਰਾਣੀ ਦਾ ਅੰਤਮ ਕਿਰਿਆ ਕਿਵੇਂ ਕਰਨੀ ਆ, ਆਨੰਦ ਕਾਰਜ ਕਿਵੇਂ ਕਰਨਾ ਵਾ, ਬੜੀਆਂ ਦੁਬਿਧਾਵਾਂ ਸੀ। ਫਿਰ ਬੜਾ ਲੰਮਾ ਸਮਾਂ ਵਿਚਾਰ ਗੋਸ਼ਟ ਚੱਲਦੀ ਰਹੀ ਅਤੇ ਇਹ ਉਹਦੇ ਬਾਅਦਾਂ ਫਿਰ ਇੱਕ ਮਰਜ਼ਾਦਾ ਘੜੀ ਗਈ 32 ਦੇ ਲਾਗੇ, 1932। ਉਹ ਵੀ ਮੁਕੰਮਲ ਨਹੀਂ ਹੋ ਸਕੀ, ਅੱਜ ਤੱਕ ਖਰੜਾ ਹੀ ਚੱਲੀ ਆਉਂਦਾ। ਖਰੜੇ ਨੂੰ ਮਰਜ਼ਾਦਾ ਕਹੀ ਜਾਂਦੇ, ਖਰੜੇ ਨੂੰ ਹੀ। ਉਹ ਵੀ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਤੋਂ ਪ੍ਰਵਾਨਿਤ ਨਹੀਂ ਹੋ ਸਕੀ, ਨਾ ਕਿਸੇ ਦੇ ਉਸ ਖਰੜੇ ਉੱਤੇ ਦਸਤਖਤ ਨੇ ਅਕਾਲ ਤਖਤ ਦੇ ਜਥੇਦਾਰ ਦੇ। ਇਹ ਬੜੀ ਵੱਡੀ ਦੁਬਿਧਾ ਹੈ ਕਿ ਸਿੱਖ ਕੌਮ ਦੇ ਵਿੱਚ ਲੜਾਈ ਝਗੜੇ ਬੜੇ ਵੱਡੇ ਪੱਧਰ 'ਤੇ ਚੱਲਦੇ ਨੇ ਅਤੇ ਵਿਚਾਰ ਚਰਚਾ ਦਾ ਕੋਈ ਸਿੱਟਾ ਨਹੀਂ ਨਿਕਲਦਾ। ਜਿੱਦਾਂ ਅੱਜ ਕੱਲ੍ਹ ਵੀ ਚੈਨਲਾਂ ਉੱਤੇ ਕੋਈ ਬਹਿ ਜਾਂਦੇ ਨੇ 5-4 ਲੋਕ ਡਿਬੇਟ ਕਰਨ ਵਾਸਤੇ, ਅਤੇ ਉਹ ਰੌਲੇ ਦੀ ਭੇਟਾ ਚੜ੍ਹ ਜਾਂਦੀ ਹੈ, ਕੋਈ ਰਿਜ਼ਲਟ ਨਿਕਲਦਾ ਹੀ ਨਹੀਂ ਹੈ। ਇਸੇ ਵੀ ਤਰ੍ਹਾਂ ਇਹ ਲੰਮੀ ਵਿਚਾਰ ਗੋਸ਼ਟ ਕਰਨ ਤੋਂ ਬਾਅਦ ਆਏ ਜਿਹੜੀ ਜਿਹਨੂੰ ਅਸੀਂ ਸਿੱਖ ਰਹਿਤ ਮਰਜ਼ਾਦਾ ਕਹਿੰਦੇ ਹਾਂ, ਇਹ ਵੀ ਫਿਰ ਲੜਾਈ ਦੀ ਭੇਟਾ ਚੜ੍ਹ ਗਈ। ਅੱਜ ਤੱਕ ਕਿਸੇ ਡੇਰੇਦਾਰ ਨੇ, ਟਕਸਾਲ ਨੇ, ਨਿਹੰਗਾਂ ਨੇ, ਨਾਨਕਸਾਰੀਆਂ ਨੇ, ਰਾੜੇ ਵਾਲਿਆਂ ਨੇ, ਕਿਸੇ ਨੇ ਵੀ ਉਹ ਮਰਜ਼ਾਦਾ ਨਹੀਂ ਮੰਨੀ ਜਿਹਨੂੰ ਕਹਿੰਦੇ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਹੋਈ ਮਰਜ਼ਾਦਾ ਹੈ। ਮੈਂ ਨਹੀਂ ਇਹ ਕਹਿੰਦਾ ਵੀ ਤੁਸੀਂ ਉਸ ਨੂੰ ਮੰਨੋ ਜਾਂ ਨਾ ਮੰਨੋ, ਮੈਂ ਨਹੀਂ ਇਸ ਦੇ ਚੱਕਰ ਵਿੱਚ ਹੈਗਾ। ਮੈਂ ਇੱਕ ਵਿਚਾਰ ਕਰ ਰਿਹਾ। ਇੱਕ ਅਸੀਂ ਅੱਜ ਕੱਲ੍ਹ ਜਿਹੜੀਆਂ 5 ਬਾਣੀਆਂ ਦੇਖ ਰਹੇ ਹਾਂ, ਇਹ 1932 'ਚ ਲਾਗੂ ਹੋਈਆਂ, ਇਸ ਤੋਂ ਪਹਿਲਾਂ ਨਹੀਂ ਸਨ। 32-35 ਦੇ ਲਾਗੇ ਚਾਲੂ ਹੋਈਆਂ। ਜਿਹੜੀ ਅਸੀਂ ਅਰਦਾਸ ਕਰਦੇ ਹਾਂ, ਪ੍ਰਥਮ ਭਗਉਤੀ, ਇਹ ਦੁਰਗਾ ਦੀ ਵਾਰ ਜਿਹੜੀ ਲਿਖੀ ਆ, ਜਿਹਨੂੰ ਚੰਡੀ ਕਹਿ ਲਓ, ਦੁਰਗਾ ਕਹਿ ਲਓ, ਭਵਾਨੀ ਕਹਿ ਲਓ, ਬੜੇ ਨਾਂ ਨੇ ਉਸਦੇ। ਤੂੰ ਕਹੀਏ ਤੇ ਆਦਿ ਭਵਾਨੀ, ਉਹਦੀ ਪਹਿਲੀ ਇਹ ਪੌੜੀ ਆ ਦੁਰਗਾ ਦੀ ਵਾਰ ਦੀ, ਅਤੇ ਉੱਤੇ ਲਿਖਿਆ ਪ੍ਰਥਮ ਭਗਉਤੀ। ਭਗਉਤੀ ਕਿਹਨੂੰ ਕਹਿੰਦੇ? ਦੁਰਗਾ ਨੂੰ ਕਹਿੰਦੇ ਨੇ। ਇਹ 1932 ਵਿੱਚ ਬੜੇ ਬੜੇ ਵਿਦਵਾਨਾਂ ਨੇ ਵੀ ਨਹੀਂ ਇਸ ਗੱਲ ਨੂੰ ਸਮਝਿਆ ਵੀ ਇਹ ਤਾਂ ਕਹਾਣੀ ਕੀ ਆ। ਇਹ ਦੁਰਗਾ ਦੀ ਵਾਰ ਦੀ ਪਹਿਲੀ ਪੌੜੀ ਸਾਡੇ ਵਿੱਚ ਵਾੜ ਦਿੱਤੀ ਗਈ ਅਰਦਾਸ ਦੇ ਵਿੱਚ। ਪਰ ਇਹ ਜਦੋਂ 5 ਬਾਣੀਆਂ ਨਹੀਂ ਸਨ, ਜਪਜੀ ਸਾਹਿਬ, ਜਾਪ ਸਾਹਿਬ ਸਵਈਏ ਚੌਪਈ ਆਨੰਦ ਸਾਹਿਬ, ਅਤੇ ਕੁਝ ਹਵਾਲਾ ਮਿਲਦਾ ਕਿ ਇੱਕ ਸਾਡੇ ਕੌਮ ਦੇ ਵਿੱਚ 5 ਗ੍ਰੰਥੀ ਹੁੰਦੀ ਸੀ। ਉਹਨੂੰ ਕਹਿਣਾ ਕਿ ਫਲਾਣਾ ਬੰਦਾ 5 ਗ੍ਰੰਥੀ ਆ। ਅੱਜ ਜਿਵੇਂ ਅਸੀਂ 5 ਬਾਣੀਆਂ ਪੜ੍ਹਦੇ, ਉਦੋਂ ਕਹਿੰਦੇ 5 ਗ੍ਰੰਥੀ ਆ। ਅਤੇ ਜਦੋਂ ਕਿਸੇ ਨੂੰ ਬਾਣੀ ਦੀ ਸੰਥਿਆ ਦਿੰਦੇ ਸੀ ਅਤੇ ਪਹਿਲਾਂ ਕਹਿੰਦੇ ਪਹਿਲਾਂ 5 ਗ੍ਰੰਥੀ ਦਾ ਪਾਠ ਸਿਖਾਓ। ਉਹ 5 ਗ੍ਰੰਥੀ ਅੱਜ ਕੱਲ੍ਹ ਵੀ ਹੁਣ ਤਾਂ ਬਾਜ਼ਾਰਾਂ 'ਚ ਨਹੀਂ, ਉਹ ਗਾਂਹ ਛਪਦੀ, ਪਹਿਲਾਂ ਛਪੀ ਹੈਗੀ ਆ। ਭਾਈ ਵੀਰ ਸਿੰਘ ਨੇ ਵੀ ਉਹਦੀ ਵਿਆਖਿਆ ਕੀਤੀ ਹੋਈ ਆ 5 ਗ੍ਰੰਥੀ ਦੀ।
ਉਹ ਪੰਜ ਗ੍ਰੰਥੀ ਕਿਹੜੀ ਸੀ? ਉਹਦੇ 'ਚ ਪੰਜ ਗ੍ਰੰਥੀ, ਪਹਿਲੀ ਉਹਦੀ ਬਾਣੀ ਸੀ ਜਪਜੀ ਸਾਹਿਬ। ਤੇ ਜਪਜੀ ਸਾਹਿਬ ਦੇ 8 ਅੰਗ ਨੇ ਸਾਰੇ, ਇੱਕ ਅੰਗ ਤੋਂ ਲੈ ਕੇ 8 ਅੰਗ ਤੱਕ ਜਪਜੀ ਸਾਹਿਬ ਆ। ਤੇ ਉਹ ਪੰਜ ਗ੍ਰੰਥੀ ਦਾ ਮਤਲਬ ਪੰਜ ਬਾਣੀਆਂ। ਪਹਿਲੀ ਸੀ ਜਪਜੀ ਸਾਹਿਬ, ਜਿਹਦੇ 8 ਅੰਗ ਬਣਦੇ ਨੇ ਗੁਰੂ ਗ੍ਰੰਥ ਸਾਹਿਬ ਦੇ। ਤੇ ਦੂਸਰੀ ਉਹਦੀ ਬਾਣੀ ਸੀ ਆਸਾ ਦੀ ਵਾਰ। ਇਹ ਕਰੀਬ 12 ਅੰਗ ਬਣਦੇ ਆ। ਹਾਂਜੀ, 12 ਤੇ 8 20 ਅੰਗ ਹੋ ਗਏ। ਫਿਰ ਆਉਂਦਾ ਸੀ ਦੱਖਣੀ ਓਂਕਾਰ ਰਾਮਕਲੀ ਮਹੱਲਾ ਪਹਿਲਾ, ਜਿਹੜਾ ਗੁਰੂ ਨਾਨਕ ਸਾਹਿਬ ਨੇ ਓਂਕਾਰ ਮੰਦਰ ਦੇ ਵਿੱਚ ਬੈਠ ਕੇ ਪਾਂਡੇ ਨਾਲ ਗੋਸ਼ਟ ਕੀਤੀ ਹੈ। ਓਂਕਾਰ ਦਾ ਮੰਦਰ ਸੀ ਤਾਂ ਉਹਦਾ ਨਾਮ ਰੱਖਿਆ ਗਿਆ ਓਂਕਾਰ ਬਾਣੀ ਦਾ। ਉਹਦੇ ਵੀ ਕਰੀਬ 8-9 ਅੰਗ ਬਣਦੇ ਆ। ਤੇ ਉਸ ਚੌਥੀ ਬਾਣੀ ਸੀ ਸਿੱਧ ਗੋਸ਼ਟ, ਜਿਹੜੀ ਪ੍ਰਾਤਨ ਪੰਜ ਗ੍ਰੰਥੀ ਜਿਹਨੂੰ ਕਹਿੰਦੇ ਨੇ। ਉਹਦੀ ਚੌਥੀ ਬਾਣੀ ਪਹਿਲੀ ਜਪਜੀ ਸਾਹਿਬ, ਦੂਸਰਾ ਆਪਣਾ ਆਸਾ ਦੀ ਵਾਰ, ਤੇ ਤੀਸਰੀ ਦੱਖਣੀ ਓਂਕਾਰ, ਤੇ ਚੌਥੀ ਬਾਣੀ ਉਹਦੀ ਹੁੰਦੀ ਸੀ ਸਿੱਧ ਗੋਸ਼ਟ। ਇਹ ਵੀ ਕਰੀਬ 8 ਕੁ ਅੰਗ ਬਣਦੇ ਨੇ, 8-9 ਅੰਗ ਬਣਦੇ ਨੇ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦੱਖਣੀ ਓਂਕਾਰ ਤੇ ਸਿੱਧ ਗੋਸ਼ਟ ਬਾਣੀ ਇਹ ਲਾਗੋ ਲਾਗ ਨੇ, ਇੱਕ ਹੀ ਥਾਂ 'ਤੇ ਨੇ। ਇਹ ਕਰੀਬ 929 ਤੋਂ ਅਖੀਰਲੇ 929 ਦੇ ਥੱਲਿਓਂ ਜਾ ਕੇ, ਜਾਣੀ ਕਿ 30 ਤੋਂ ਲਾ ਲਓ ਤੁਸੀਂ, 930 ਤੋਂ ਇਹ ਦੱਖਣੀ ਓਂਕਾਰ ਆਰੰਭ ਹੁੰਦਾ ਹੈ ਤੇ 38 ਤੱਕ ਜਾਂਦਾ ਹੈ। ਯਾਨੀ ਕਿ 8 ਕੁ ਅੰਗ ਬਣਦੇ ਨੇ ਦੱਖਣੀ ਓਂਕਾਰ ਦੇ। ਤੇ 38 ਤੋਂ ਹੀ 938 ਤੋਂ ਇਹ ਖਤਮ ਹੁੰਦਾ ਦੱਖਣੀ ਓਂਕਾਰ, ਤੇ 938 ਤੋਂ ਹੀ ਆਰੰਭ ਹੋ ਜਾਂਦਾ ਹੈ ਸਿੱਧ ਗੋਸ਼ਟ ਬਾਣੀ। ਫਿਰ ਦੋਵੇਂ ਰਾਮਕਲੀ ਰਾਗ ਦੇ ਅੰਦਰ ਨੇ। ਇਹ ਵੀ ਕਰੀਬ ਕੋਈ 8 ਕੀ ਅੰਗ ਬਣਦੇ ਨੇ, 8-9 ਅੰਗ ਬਣਦੇ ਨੇ। ਉਸ ਤੋਂ ਬਾਅਦ ਫਿਰ ਆ ਜਾਂਦਾ ਰਾਮਕਲੀ ਪੰਜਵੀਂ ਬਾਣੀ। ਪਹਿਲੀ ਜਪਜੀ ਸਾਹਿਬ, ਦੂਸਰੀ ਆਸਾ ਦੀ ਵਾਰ, ਤੀਸਰੀ ਦੱਖਣੀ ਓਂਕਾਰ, ਚੌਥੀ ਸਿੱਧ ਗੋਸ਼ਟ, ਤੇ ਪੰਜਵੀਂ ਬਾਣੀ ਜਿਹੜੀ ਸੀ ਉਹ ਆਨੰਦ ਸਾਹਿਬ ਸੀ। ਤੇ ਆਨੰਦ ਸਾਹਿਬ ਦੇ ਕੇਵਲ 5 ਅੰਗ ਨੇ। ਤੇ ਜੇ ਸਾਰਿਆਂ ਇਹਨਾਂ ਜਪਜੀ ਸਾਹਿਬ ਤੇ ਆਸਾ ਦੀ ਵਾਰ, ਦੱਖਣੀ ਓਂਕਾਰ, ਸਿੱਧ ਗੋਸ਼ਟ, ਆਨੰਦ ਸਾਹਿਬ ਦਾ ਜੇ ਟੋਟਲ ਕੱਢ ਲਿਆ ਜਾਵੇ, ਕਰੀਬ 42-43 ਅੰਗ ਬਣਦੇ ਆ ਗੁਰੂ ਗ੍ਰੰਥ ਦੇ। 42-43 ਅੰਗ। ਇਹਨੂੰ ਕਹਿੰਦੇ ਸੀ ਪੰਜ ਗ੍ਰੰਥੀ, ਜੋ ਪੁਰਾਤਨ ਗੁਰਸਿੱਖ ਪੜ੍ਹਦੇ ਹੁੰਦੇ ਸਨ। ਜਦੋਂ ਇਹ ਸੁੰਦਰ ਗੁਟਕਾ ਨਹੀਂ ਸੀ ਹੁੰਦਾ, ਜਦੋਂ ਨਿਤਨੇਮ ਬਾਣੀਆਂ ਦਾ ਗੁਟਕਾ ਨਹੀਂ ਸੀ ਹੁੰਦਾ, ਉਦੋਂ ਪੰਜ ਗ੍ਰੰਥੀ ਹੱਥ ਲਿਖਤਾਂ ਹੁੰਦੀਆਂ ਸਨ। ਇਹ ਕਰੀਬ 42-43 ਅੰਗ, ਤੇ ਇਹ 2-2.5 ਘੰਟਿਆਂ 'ਚ ਬੜੇ ਆਨੰਦ ਨਾਲ ਪੜ੍ਹੇ ਜਾਂਦੇ ਸੀ। ਇਹਨੂੰ ਕਹਿੰਦੇ 2.5 ਘੰਟਿਆਂ ਦਾ ਨਿਤਨੇਮ ਬਾਣੀ। ਪਰ ਜਦੋਂ ਤੋਂ 1932 ਤੋਂ 32 ਦੇ ਵਿੱਚ ਜਦੋਂ ਇਹ ਮਰਜ਼ਾਦਾ ਬਣੀ ਪੰਜ ਬਾਣੀਆਂ ਵਾਲੀ, ਇਹ ਫਿਰ ਪੰਜ ਗ੍ਰੰਥੀ ਅਲੋਪ ਹੋ ਗਈ, ਫਿਰ ਖਤਮ ਹੋ ਗਈ। ਇਹ ਘਟ ਗਿਆ। ਬਾਣੀ ਪੜ੍ਹ ਜਿੰਨੀ ਕੁ ਮਰਜ਼ੀ ਪੜ੍ਹੇ, ਪਰ ਜਿਹੜੀ ਮਰਜ਼ਾਦਾ ਉਹ ਮਰਜ਼ਾਦਾ ਹੀ ਹੁੰਦੀ ਹੈ, ਕਿਉਂਕਿ ਬਾਣੀ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ। ਮੈਂ ਸਤਿਗੁਰ ਸੇਤੀ ਪਿਰਹੜੀ ਕਿਉਂ ਗੁਰਬਿਨ ਜੀਵਾ ਮਾਓ, ਮੈਂ ਗੁਰਬਾਣੀ ਆਧਾਰ ਹੈ। ਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਰਾਈ। ਗੁਰੂ ਨਾਨਕ ਸਾਹਿਬ ਨੇ ਆਖਿਆ ਸਿੱਧਾਂ ਨੂੰ, ਰੱਬੀ ਸਿਫਤ ਸਲਾਹ ਤੇ ਸੰਗਤ, ਇਹ 2 ਆਸਰੇ ਸਾਡੇ ਜ਼ਿੰਦਗੀ ਦੇ ਨੇ। ਇਹ ਜਿਹੜੀਆਂ ਪੰਜ ਬਾਣੀਆਂ ਜਪਜੀ, ਆਸਾ ਦੀ ਵਾਰ, ਦੱਖਣੀ ਓਂਕਾਰ, ਸਿੱਧ ਗੋਸ਼ਟ ਤੇ ਰਾਮਕਲੀ, ਇਹਨਾਂ ਦੇ ਵਿੱਚ ਜਿਹੜੀ ਆਸਾ ਦੀ ਵਾਰ ਆ ਉਹ ਰਾਗੀ ਸਿੰਘ ਲਾਉਂਦੇ ਹੁੰਦੇ ਸੀ ਰਲ ਕੇ, ਕਿਉਂਕਿ ਪੰਜਾਂ ਬਾਣੀਆਂ ਵਿੱਚ ਹੁੰਦੀ ਸੀ ਇਹ ਵੀ ਇੱਕ। ਬਾਕੀ ਨਿੱਜੀ ਤੌਰ 'ਤੇ ਵੀ ਪੜ੍ਹ ਲੈਂਦੇ ਨੇ ਸਿੱਖ ਆਸਾ ਦੀ ਵਾਰ, ਪਰ ਜਿਹੜੀ ਮਰਜ਼ਾਦਾ ਸੀ
ਕਿ ਆਸਾ ਦੀ ਵਾਰ ਨੂੰ ਸੰਗਤੀ ਰੂਪ ਵਿੱਚ ਗਾਇਨ ਕੀਤਾ ਜਾਵੇ। ਉਹਦੀਆਂ ਪੌੜੀਆਂ ਨੇ, ਸਲੋਕ ਨੇ। ਹਾਂਜੀ, ਪਰ ਜਦੋਂ ਇੱਕ ਵਾਰੀ ਮਸਲਾ ਖੜਾ ਹੋ ਜਾਂਦਾ, ਉਹਦਾ ਹੱਲ ਕੋਈ ਨਹੀਂ ਹੁੰਦਾ। ਮੁੜ ਕੇ ਉਹਦੇ ਨਾਂ 'ਤੇ ਕੌਮਾਂ ਜਿਹੜੀਆਂ ਫਿਰ ਸਦੀਆਂ ਤੱਕ ਲੜਦੀਆਂ ਨੇ। ਹੁਣ 100 ਸਾਲ ਹੋ ਚੱਲੇ ਮਰਜ਼ਾਦਾ ਬਣੀ ਨੂੰ, 1932 ਤੇ ਹੁਣ ਗਾਂਹ 22 ਆ ਗਈ, 32 ਆਉਣੀ ਵਾਲੀ ਆ। 100 ਸਾਲ ਹੋ ਗਏ ਸਾਨੂੰ ਮਰਜ਼ਾਦਾ 'ਤੇ ਲੜਦਿਆਂ ਹੋਇਆਂ। ਅਤੇ 2003 ਦੇ ਵਿੱਚ ਇੱਕ ਨਾਨਕਸ਼ਾਹੀ ਕੈਲੰਡਰ ਜਾਰੀ ਕਰ ਦਿੱਤਾ ਗਿਆ। ਉਹ 'ਤੇ ਵੀ ਕੌਮ ਲੜਨ ਦੀ ਹੋਈ ਆ। ਕਰੀਬ 20 ਸਾਲ ਚੱਲੇ ਲੜਦਿਆਂ ਨੂੰ। ਅਤੇ ਇਹ ਲੜਾਈ ਆਮ ਸਿੱਖ ਦੀ ਨਹੀਂ ਹੈ, ਇਹ ਘੜੰਮ ਚੌਧਰੀਆਂ ਦੀ ਲੜਾਈ ਹੈ ਜੋ ਕਬਜ਼ੇ ਕਰਕੇ ਬੈਠੇ ਹੋਏ ਨੇ ਗੁਰਦਿਆਂ ਦੇ ਉੱਤੇ। ਆਮ ਸਿੱਖ ਤੇ ਨਹੀਂ ਇੱਥੋਂ ਤੱਕ ਜਾਂਦਾ। ਇਹ ਘੜੰਮ ਚੌਧਰੀ ਜਿਹੜੇ ਨੇ। ਅਤੇ ਮੈਂ ਤਾਂ ਕੱਲ੍ਹ ਪਰਸੋਂ ਇਹ ਕਮੈਂਟ ਕੀਤਾ ਸੀ ਵੀ 33 ਵਾਰ ਸੇਵੇ ਮੁਗਦ ਗਵਾਰ। ਕੁਝ ਕਮੇਟੀਆਂ ਨੇ ਹੁਣ ਐਲਾਨ ਕੀਤਾ ਵੀ ਅਸੀਂ ਮੂਲ ਨਾਨਕਸ਼ਾਹੀ ਜੋ ਕੈਲੰਡਰ 2003 ਵਿੱਚ ਲਾਗੂ ਕੀਤਾ, ਉਹਦੇ ਮੁਤਾਬਕ ਹੀ ਅਸੀਂ ਪੁਰਬ ਮਨਾਵਾਂਗੇ। ਅਤੇ ਮੈਂ ਉੱਥੇ ਕਮੈਂਟ ਕੀਤਾ 33 ਵਾਰ ਸੇਵੇ ਮੁਗਦ ਗਵਾਰ ਸਤਿਗੁਰ ਬਾਜੂ ਅੰਧ ਅੰਧਾਰ। 33 ਵਾਰਾਂ ਦੀ ਵਿਚਾਰ ਕਰਨੀ ਇਹ ਸਿਆਣਿਆਂ ਬੰਦਿਆਂ ਦਾ ਕੰਮ ਨਹੀਂ ਹੈ, ਮੂਰਖਾਂ ਦਾ ਕੰਮ ਹੈ। ਹੁਣ ਉੱਥੇ ਲਿਖਿਆ ਸੰਗਰਾਂਦ 15 ਨੂੰ ਮਨਾਓ, ਅਤੇ ਉੱਦਾਂ ਸੰਗਰਾਂਦ ਆਉਂਦੀ ਆ 16 ਨੂੰ। ਅਤੇ ਦੱਸੋ ਹੁਣ ਕਿਸ ਤਰ੍ਹਾਂ ਅੱਗੇ ਪਿੱਛੇ ਕਰ ਲਓਗੇ ਸੰਗਰਾਂਦ ਦਾ ਇੱਕ ਦਿਨ। ਝਗੜੇ ਖੜੇ ਕਰ ਦਿੱਤੇ ਅਤੇ ਝਗੜੇ ਨੂੰ ਲੈ ਕੇ ਕੌਮਾਂ ਝਗੜ ਰਹੀਆਂ ਨੇ। ਅਤੇ ਹੱਲ ਵਾਲੇ ਪਾਸੇ ਕੋਈ ਨਹੀਂ ਆਉਂਦਾ ਵੀ ਬਿਸਦਾ ਬੈਠ ਕੇ ਹੱਲ ਕੀ ਕੱਢਿਆ ਜਾਵੇ। ਨਹੀਂ, ਅਸੀਂ ਇਹਨੂੰ ਨਹੀਂ ਮੰਨਦੇ, ਇਸ ਕੈਲੰਡਰ ਨੂੰ। ਅਸੀਂ ਮੂਲ ਨਾਨਕਸ਼ਾਹੀ ਨੂੰ ਮੰਨਦੇ ਹਾਂ। ਅਤੇ ਲੜਦੇ ਨੇ ਲੋਕ। ਰੱਬ ਖੈਰ ਕਰੇ। ਝਗੜ ਕੀਏ ਝਗੜੋ ਹੀ ਪਾਵਾਂ। ਅਤੇ ਮੈਂ ਕਿਹਾ ਸੀ ਬੰਦਾ ਕਿਉਂ ਝਗੜਦਾ ਹੈ। ਗੁਰੂ ਤੇਗ ਬਹਾਦਰ ਨਹੀਂ ਝਗੜੇ। ਹਰ ਝਗੜੇ ਦੇ ਬੜੇ ਮੌਕੇ ਸੀ ਉਹਨਾਂ ਦੇ ਕੋਲ। ਬਾਬੇ ਬਕਾਲੇ ਝਗੜਾ ਕਰ ਸਕਦੇ ਸਨ। ਅਨੰਦਪੁਰ ਸਾਹਿਬ ਦਰਬਾਰ ਸਾਹਿਬ ਜਦੋਂ ਮੱਥਾ ਟੇਕਣਾ ਉੱਥੇ ਵੱਡਾ ਝਗੜਾ ਕਰ ਸਕਦੇ। ਕਿਉਂ ਨਹੀਂ ਝਗੜੇ? ਕਿਉਂਕਿ ਝਗੜਾ ਮਨ ਵਿੱਚੋਂ ਉੱਠਦਾ ਹੈ। ਮਨ ਵਿੱਚ ਝਗੜਾ ਹੈ ਹੀ ਨਹੀਂ ਹੈ। ਜਿਹਦੇ ਮਨ ਵਿੱਚ ਝਗੜਾ ਹੈ ਨਾ, ਉਹੀ ਝਗੜੇਗਾ। ਜਿਹੜਾ ਸਟੇਜਾਂ ਉੱਤੇ ਖਲੋ ਕੇ ਦਬਕੇ ਮਾਰਨ ਦਿਆ ਨਾ, ਮੈਂ ਓਂ ਕਰ ਦੂੰ, ਮੈਂ ਉਹਨੂੰ ਕਰ ਦੂੰ, ਲੋਕਾਂ ਨੂੰ ਡਰਾ ਰਿਹਾ ਨਾ ਜਿਹੜਾ ਦਬਕੇ ਮਾਰ ਕੇ, ਇਸ ਦਾ ਮਤਲਬ ਬਹੁਤ ਵੱਡਾ ਡਰ ਉਹਦੇ ਮਨ ਦੇ ਵਿੱਚ ਬੈਠਾ ਹੋਇਆ ਵਾ ਕੋਈ, ਅਤੇ ਉਹ ਡਰ ਨੂੰ ਬਾਹਰ ਕੱਢ ਰਿਹਾ ਹੈ। ਇੱਥੋਂ ਗੱਲ ਸਪਸ਼ਟ ਉਹ ਡਰਦਾ ਹੈ। ਜਿਹੜਾ ਡਰਾ ਰਿਹਾ ਨਾ ਖਲੋ ਕੇ ਸਟੇਜਾਂ 'ਤੇ ਦਬਕੇ ਮਾਰ ਕੇ, ਮੈਂ ਓਂ ਕਰ ਦੂੰ, ਮੈਂ ਜਿਉਂ ਕਰ ਦੂੰ, ਚੀਜ਼ ਉਹੀ ਵੰਡੀ ਜਾ ਸਕਦੀ ਜਿਹੜੀ ਕੋਲ ਹੋਵੇ। ਜਿਹੜੀ ਕੋਲ ਨਹੀਂ ਉਹ ਵੰਡੀ ਨਹੀਂ ਜਾ ਸਕਦੀ। ਅਗਰ ਕੋਈ ਡਰਾ ਰਿਹਾ ਸਟੇਜਾਂ 'ਤੇ ਖਲੋ ਕੇ ਦਬਕੇ ਮਾਰ ਰਿਹਾ ਹੈ, ਇਸ ਦਾ ਮਤਲਬ ਉਹਦੇ ਕੋਲ ਡਰ ਹੈਗਾ ਹੈ। ਗੁਰੂ ਤੇਗ ਬਹਾਦਰ ਨੇ ਕਿਹਾ ਭੈ ਕਾਹੂ ਕੋ ਦੇਤ ਨੈ। ਮੇਰੇ ਕੋਲ ਭੈ ਹੈ ਹੀ ਨਹੀਂ ਗਾ, ਮੈਂ ਦਊਂਗਾ ਕਿਸ ਤਰ੍ਹਾਂ। ਕੋਈ ਮੰਗਣਾ ਆ ਗਿਆ, ਮੇਰੇ ਕੋਲ ਹੈ ਹੀ ਨਹੀਂ, ਮੈਂ ਦਊਂਗਾ ਕਿਸ ਤਰ੍ਹਾਂ। ਉਹੀ ਕੁਛ ਦਿੰਦਾ ਹੈ ਜੋ ਕੋਲ ਹੋਵੇ। ਜੋ ਕੋਲ ਹੀ ਨਹੀਂ ਉਹ ਕਿਵੇਂ ਦਿੱਤਾ ਜਾ ਸਕਦਾ ਹੈ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਉਹ ਮਨ ਵਿੱਚ ਡਰ ਪਿਆ ਤਾਂ ਹੀ ਸਟੇਜਾਂ ਉੱਤੇ ਖਲੋ ਕੇ ਬੜਕਾਂ ਪੇ ਮਾਰਦੇ ਨੇ। ਕੱਲ੍ਹ ਹੀ ਇੱਕ ਬਿਆਨ ਆਇਆ, ਉਹ ਗੁਰੂ ਤੇਗ ਬਹਾਦਰ ਦੀ ਮੈਂ ਗੱਲ ਪੂਰੀ ਕਰਦਾ ਫਿਰ ਦੱਸਦਾ। ਭੈ ਕਾਹੂ ਕੋ ਦੇਤ ਨਹੀਂ ਨਹਿ ਪੈਮਾਨ ਧਿਆਨ। ਜਿਹੜਾ ਦੇ ਰਿਹਾ ਹੈ ਉਹਦੇ ਕੋਲ ਹੈਗਾ ਹੈ, ਡਰ ਦੇ ਰਿਹਾ ਹੈ ਉਹਦੇ ਕੋਲ ਡਰ ਵਾ। ਸਾਹਿਬ ਕਹਿੰਦੇ ਭੈ ਕਾਹੂ ਕੋ ਦੇਤ ਨਹੀਂ ਨਹਿ ਪੈਮਾਨ ਧਿਆਨ। ਕੌਣ ਆਨ ਸੁੰਦਰੇ ਮਨਾ ਗਿਆਨੀ ਤਾਹੇ ਬਖਾਣ। ਉਹ ਗਿਆਨੀ ਹੈ ਜਿਹਨੂੰ ਵੇਖ ਕੇ ਕੋਈ ਡਰੇ ਨਾ, ਅਤੇ ਨਾ ਉਹ ਕਿਸੇ ਨੂੰ ਡਰਾਵੇ ਹੀ, ਅਤੇ ਨਾ ਉਹ ਕਿਸੇ ਨੂੰ ਵੇਖ ਕੇ ਡਰੇ ਹੀ। ਉਹਨੂੰ ਗਿਆਨੀ ਕਹਿੰਦੇ ਆ, ਉਹਨੂੰ ਸੰਤ ਕਹਿੰਦੇ ਆ। ਕੱਲ੍ਹ ਹੀ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਬਿਆਨ ਦਿੱਤਾ ਵੀ 4 ਜੁਲਾਈ 1955 50 ਅਤੇ 5 55 ਨੂੰ ਦਰਬਾਰ ਸਾਹਿਬ ਦੇ ਅੰਦਰ ਭਾਰਤੀ ਹਕੂਮਤ ਨੇ ਪੁਲਿਸ ਭੇਜੀ ਸੀ ਬੂਟਾਂ ਸਮੇਤ। ਇਹੋ ਜਿਹੇ ਇਤਿਹਾਸਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ।
ਤੂੰ ਸੇਧ ਦੇ ਹਾਂ ਕਿਹੜੀ, ਇਸ ਇਤਿਹਾਸ ਤੋਂ ਕਿਹੜੀ ਸੇਧ ਮਿਲਦੀ, ਤੂੰ ਦੇ ਹਾਂ। ਤੂੰ ਕੌਮ ਦਾ ਜਥੇਦਾਰ ਹੈ, ਤੂੰ ਦੇ ਹਾਂ, ਕੀ ਸੇਧ ਮਿਲਦੀ ਹੈ। ਇਹ 4 ਜੁਲਾਈ 1955 ਨੂੰ ਪੁਲਿਸ ਆਉਣ ਵਾਲੀ ਸੀ ਪ੍ਰਕਰਮਾਂ ਦੇ ਵਿੱਚ। ਇਹੋ ਜਿਹੇ ਇਤਿਹਾਸ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਵੀ ਕੀ ਸੇਧ ਲਓਗੇ ਇਤਿਹਾਸ ਤੋਂ, ਇਸ ਇਤਿਹਾਸ ਤੋਂ ਕੀ ਸੇਧ ਮਿਲਦੀ ਹੈ। ਇਹ ਨਹੀਂ ਦੱਸਿਆ ਵੀ ਪੁਲਿਸ ਕਿਉਂ ਵਾੜੀ ਆਣ ਕੇ 1955 ਵਿੱਚ, ਜਦੋਂ ਪੁਲਿਸ ਦਰਬਾਰ ਪ੍ਰਕਰਮਾਂ 'ਚ ਆਈ, ਕਿਉਂ ਆਈ, ਇਹ ਨਹੀਂ ਦੱਸਿਆ। ਬਾ ਇਹੋ ਜਿਹੇ ਇਤਿਹਾਸ ਤੋਂ ਸਾਨੂੰ ਸੇਧ ਲੈਣੀ ਚਾਹੀਦੀ। ਕੌਮਾਂ ਜੀਂਦੀਆਂ ਇਤਿਹਾਸ ਦੇ ਨਾਂ ਦੇ ਨੇ ਵੀ ਉਹ ਤਾਂ ਕਾਲੀਆਂ ਨੇ ਉੱਥੇ ਇਕੱਠ ਰੱਖਿਆ ਸੀ ਸਮੁੰਦਰੀ ਹਾਲ, ਇੱਧਰ ਮੰਜੀ ਹਾਲ ਵਾਲੇ ਪਾਸੇ ਕਾਲੀਏ ਇਕੱਠੇ ਹੋਏ ਸੀ। ਅਤੇ ਜਦੋਂ ਪੁਲਿਸ ਫੜਨ ਆਈ, ਉਹਨੂੰ ਪਤਾ ਹੁਣ ਡਾਂਗਾਂ ਫਿਰਨੀਆਂ, ਅਤੇ ਕਾਲੀਏ ਭੱਜ ਕੇ ਪ੍ਰਕਰਮਾਂ 'ਚ ਵੜ ਗਏ। ਹੁਣ ਪੁਲਿਸ ਨੇ ਉਹਨਾਂ ਨੂੰ ਫੜਨਾ ਸੀ। ਉਹ ਜਦੋਂ ਕਾਲੀਏ ਭੱਜ ਕੇ ਪ੍ਰਕਰਮਾਂ 'ਚ ਵੜ ਗਏ, ਲੁਕ ਗਏ, ਅਤੇ ਪੁਲਿਸ ਨੇ ਮਗਰ ਜਾ ਕੇ ਸਾਰੇ ਕਾਲੀਏ ਫੜ ਲਏ। ਹਾਂ, ਉਸ ਸਮੇਂ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਸੀ ਸੈਂਤ, ਉਹਨੇ ਮੁੜ ਕੇ ਮਾਫੀ ਮੰਗੀ ਹੈ ਵੀ ਜਿਹੜੀ ਸਾਡੀ ਫੋਰਸ, ਉਦੋਂ ਪੰਜਾਬ ਹਰਿਆਣਾ ਇਕੱਠਾ ਹੁੰਦਾ ਸੀ। ਹਾਂ, ਉਦੋਂ ਹਰਿਆਣਾ ਨਹੀਂ ਸੀ ਅਜੇ ਬਣਿਆ। ਉਹ ਭੀਮ ਸੈਨ ਸੱਚਰ ਸੀ ਸ਼ਾਇਦ ਮੁੱਖ ਮੰਤਰੀ, ਉਹਨੇ ਮੁੜ ਕੇ ਮਾਫੀ ਮੰਗੀ ਵੀ ਜਿਹੜੀ ਪ੍ਰਕਰਮਾਂ 'ਚ ਜੁੱਤੀਆਂ ਪਾ ਕੇ ਪੁਲਿਸ ਗਈ, ਇਸ ਦੀ ਅਸੀਂ ਸਿੱਖ ਕੌਮ ਕੋਲੋਂ ਮਾਫੀ ਮੰਗਦੇ ਹਾਂ। ਇਹ ਆਗਿਆ ਹੋਈ ਗੁਰੂ ਘਰ ਦੀ। ਪਰ ਹੁਣ ਜਦੋਂ ਪੁਲਿਸ ਤੁਹਾਨੂੰ ਫੜਨ ਆਈ, ਤੁਸੀਂ ਇਹ ਪ੍ਰਕਰਮਾਂ ਹੀ ਲੱਭੀਆਂ ਲੁਕਣ ਵਾਸਤੇ, ਤੁਸੀਂ ਵੀ ਪ੍ਰਕਰਮਾਂ 'ਚ ਵੜ ਕੇ ਇਸੇ ਲੁਕ ਜਾਣਾ। ਤੁਸੀਂ ਨਾ ਪ੍ਰਕਰਮਾਂ ਨੂੰ ਜਾਂਦੇ, ਭੱਜ ਗਏ। ਜੇ ਪੁਲਿਸ ਤੁਹਾਨੂੰ ਗ੍ਰਿਫਤਾਰ ਕਰਨ ਆਈ ਤਾਂ ਤੁਸੀਂ ਗ੍ਰਿਫਤਾਰ ਹੋ, ਤੁਸੀਂ ਪ੍ਰਕਰਮਾਂ 'ਚ ਭੱਜ ਗਏ, ਉਹ ਤੁਹਾਡੇ ਮਗਰ ਭੱਜ ਗਏ, ਫੜਨ ਜੋ ਆਈ ਸੀ ਪੁਲਿਸ। ਇਹਨਾਂ ਨੇ ਪ੍ਰਕਰਮਾਂ ਬੜੀ ਸੁਰੱਖਿਅਤ ਜਗ੍ਹਾ ਮੰਨੀ ਵੀ ਜੇ ਕੋਈ ਗੱਲਬਾਤ ਕਰਕੇ ਪ੍ਰਕਰਮਾਂ 'ਚ ਵੜ ਜਾਓ, ਅਤੇ ਕੱਲ੍ਹ ਨੂੰ ਫੜਨ ਆਊਗਾ, ਲਓ ਜੀ ਗੁਰੂ ਘਰ 'ਤੇ ਹਮਲਾ ਬੋਲਤਾ ਜੀ, ਇੱਥੇ ਅਵਗਿਆ ਹੋ ਗਈ ਜੀ, ਇੱਥੇ ਉਹ ਹੋ ਗਿਆ ਜੀ। ਕਿ ਤੁਸੀਂ ਕਰਾਉਂਦੇ ਤਾਂ ਹੀ ਹੁੰਦੀ ਆ, ਤੁਸੀਂ ਨਾ ਵੜੋ ਪ੍ਰਕਰਮਾਂ 'ਚ, ਤੁਸੀਂ ਵੜੇ ਮਗਰ ਪੁਲਿਸ ਵੜ ਗਈ ਮਗਰ। ਰੱਬ ਖੈਰ ਕਰੇ। ਇਹ ਕਿਉਂ ਹੁੰਦਾ ਹੈ? ਇਹ ਮਨੁੱਖੀ ਦਿਮਾਗ ਦੇ ਅੰਦਰ ਝਗੜਾ ਵੜ ਗਿਆ ਅਤੇ ਉਹ ਕੱਢਣਾ ਚਾਹੁੰਦਾ ਹੈ। ਉਹ ਪਾਰਟੀ 'ਚ ਬਹਿ ਕੇ ਝਗੜਾ ਕੱਢੇ, ਉਹ ਪਰਿਵਾਰ ਰਾਹੀਂ ਝਗੜਾ ਕੱਢੇ, ਉਹ ਕਿਸੇ ਨੂੰ ਦੇਸ਼ ਰਾਹੀਂ ਝਗੜਾ ਕੱਢੇ, ਕਿਸੇ ਵੈਰੀ ਰਾਹੀਂ ਝਗੜਾ ਕੱਢੇ। ਦਿਮਾਗ 'ਚ ਜਿਹੜਾ ਵੜ ਗਿਆ ਨਾ, ਉਸਨੂੰ ਕੱਢਣਾ ਪੈਣਾ ਹੈ। ਇਸ ਕਰਕੇ ਇਹ ਮਰਜ਼ਾਦਾ ਜਿਹੜੀ ਝਗੜੇ ਦਾ ਕਾਰਨ ਬਣੀ ਹੋਈ ਹੈ ਸਾਡੀ। ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਕੌਮ ਅਜੇ ਝਗੜ ਰਹੀ ਆ, ਹੱਲ ਵਾਲੇ ਪਾਸੇ ਆਉਂਦੇ ਨਹੀਂ। ਅਜੇ ਆ ਵੀ ਜਾਣੇ ਤਾਂ ਹੱਲ ਕੋਈ ਨਿਕਲਣਾ ਨਹੀਂ ਹੈ। ਹਰ ਬੰਦਾ ਡੇਰੇ 'ਤੇ ਗੁਰਦੁਆਰੇ 'ਤੇ ਕਬਜ਼ਾ ਕਰਕੇ ਬੈਠਾ ਅਤੇ ਆਪਣੀ ਹੌਂ ਨੂੰ ਪਾਲਣ ਦਿਆ। ਕੱਲ੍ਹ ਵੀ ਉਹ ਮੱਥਾ ਟੇਕਣ ਆਇਆ, ਮੈਂ ਵੇਖੀ ਵੀਡੀਓ ਦੀ, ਉਹ ਜਵੱਦੀ ਜਿਹੜਾ ਟਕਸਾਲ ਵਾਲਾ ਲੁਧਿਆਣੇ ਚਲਾਉਂਦਾ, ਮੱਥਾ ਟੇਕਣ ਆਇਆ, ਨਾਲ 15 ਬੰਦੇ ਲੈ ਕੇ। ਮੱਥਾ ਟੇਕਣ ਨਹੀਂ ਆਉਂਦੇ, ਮੱਥਾ ਦਿਖਾਉਣ ਆਉਂਦੇ ਵੀ ਸਾਡੇ ਕੋਲ ਬੰਦੇ ਹੈਗੇ ਆ। ਇਹ ਟੇਕਣ ਨਹੀਂ ਆਉਂਦੇ, ਇਹ ਆਪਣੀ ਹੌਂ ਹੀ ਗੁਰੂ ਅੱਗੇ ਵੀ ਹੌਂ ਪ੍ਰਗਟ ਕਰਨ ਆਉਂਦੇ ਨੇ। 15 ਬੰਦੇ ਨਾਲ ਲਏ ਹੋਏ ਨੇ। ਅਤੇ ਮਾਤਾ ਗੰਗਾ ਜੀ ਜਦੋਂ ਗਏ ਸੀ, ਬਾਬਾ ਬੁੱਢਾ ਨੇ ਆਖਿਆ ਇੱਦਾਂ ਨਹੀਂ ਆਈਦਾ ਗੁਰੂ ਘਰ ਦੇ ਵਿੱਚ। ਇੱਕ ਮੱਥਾ ਟੇਕਣ ਤਰੀਕੇ ਨਾਲ ਬੰਦਿਆਂ ਨਾਲ ਆਲੇ ਦੁਆਲੇ ਬੰਦੂਕਾਂ ਵਾਲੇ ਜਾਂ ਕਿਰਪਾਨਾਂ ਵਾਲੇ ਲੈ ਕੇ ਤੁਰੋ, ਮੱਥਾ ਟੇਕਣ ਚੱਲੇ ਅਸੀਂ। ਇਹ ਕੋਈ ਤਰੀਕਾ ਮੱਥਾ ਟੇਕਣ? ਨਹੀਂ, ਇਹ ਅੰਦਰ ਸੂਖਮ ਰੂਪ 'ਚ ਹਉਮੈ ਵੜੀ ਹੋਈ ਆ, ਅਤੇ ਇਹ ਬੰਦੇ ਨੂੰ ਪਤਾ ਨਹੀਂ ਲੱਗਣ ਦੇਣ ਦਿੰਦੀ ਵੀ ਇਹ ਕੀ ਕਰਾ ਰਹੀ ਬੰਦੇ ਦੇ ਕੋਲੋਂ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਏ। ਇਸ ਕਰਕੇ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ 5 ਬਾਣੀਆਂ ਨੇ, ਇਹੀ ਪੁਰਾਤਨ ਗੁਰਸਿੱਖਾਂ ਦਾ ਨਿਤਨੇਮ ਹੁੰਦਾ ਸੀ। ਜਪਜੀ ਸਾਹਿਬ, ਆਸਾ ਦੀ ਵਾਰ, ਦੱਖਣੀ ਓਂਕਾਰ, ਸਿੱਧ ਗੋਸ਼ਟ ਅਤੇ ਰਾਮਕਲੀ। ਇਹ ਕਰੀਬ 42-43 ਅੰਗ, ਅਤੇ ਰਹਿ ਰਾਸ ਅਤੇ ਸੋਲਾ ਪਾ ਕੇ ਕਰੀਬ 50 ਤੋਂ ਥੱਲੇ ਅੰਗ ਬਣਦੇ ਆ। ਇਹ ਨਿਤਨੇਮ ਹੁੰਦਾ ਸੀ 2.5 ਘੰਟਿਆਂ ਦਾ ਸਿੱਖਾਂ ਦਾ। ਕੋਈ ਜਿੰਨੀ ਇਹ ਤੋਂ ਵੱਧ ਪੜ੍ਹਦਾ ਪੜ੍ਹੇ, ਕੋਈ ਇਤਰਾਜ਼ ਨਹੀਂ ਹੈ। ਪਰ ਜੋ ਪੁਰਾਤਨ ਗੁਰਸਿੱਖਾਂ ਦਾ ਨਿਤਨੇਮ, ਜਿਹਨੂੰ ਕਹਿੰਦੇ 5 ਗ੍ਰੰਥੀ, ਫਲਾਣਾ ਬੰਦਾ 5 ਗ੍ਰੰਥੀ ਆ, ਉਹਨੂੰ 5 ਗ੍ਰੰਥੀ ਯਾਦ ਆ। ਅੱਜ ਅਸੀਂ 5 ਬਾਣੀਆਂ ਹੋਰ ਲੱਭ ਲਈਆਂ। ਪੁਰਾਤਨ ਗੁਰਸਿੱਖਾਂ ਦੀਆਂ 5 ਬਾਣੀਆਂ ਕੁਝ ਹੋਰ ਹੁੰਦੀਆਂ ਸੀ। ਸਾਹਿਬ ਕਿਰਪਾ ਕਰਨ।